हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ। मैं इंद्रजीत सरोज साइंस मास्टर सरकारी सीनियर सैकेंडरी स्कूल ਸਮਲਾ ਰੂਪਨਗਰ ਤੋਂ। ਬੱਚੇ ਅੱਜ ਅਸੀਂ 8ਵੀਂ ਕਲਾਸ ਦਾ ਚੈਪਟਰ ਨੰਬਰ 1 ਫਸਲ ਉਤਪਾਦਨ ਅਤੇ ਪ੍ਰਬੰਧਨ ਬਾਰੇ ਜਿਹੜੀ ਹੈ ਉਹ ਡਿਸਕਸ ਕਰਨੀ ਹੈ ਗੱਲ। ਫਸਲ ਉਤਪਾਦਨ ਕਿਆ ਹੁੰਦਾ ਹੈ? ਫਸਲ ਉਤਪਾਦਨ ਮਤਲਬ ਕਿ ਫਸਲ ਜੇ ਅਸੀਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਆਉਂਦੀ ਹੈ ਕਿ ਇੱਕੋ ਪ੍ਰਜਾਤੀ ਦੇ ਪੌਦਿਆਂ ਨੂੰ ਇੱਕੋ ਥਾਂ 'ਤੇ ਉਗਾਉਣ ਨੂੰ ਫਸਲ ਕਹਿੰਦੇ ਹਾਂ। ਅਤੇ ਉਸ ਇੱਕੋ ਪ੍ਰਜਾਤੀ ਦੇ ਪੌਦਿਆਂ ਨੂੰ ਜਦੋਂ ਅਸੀਂ ਇੱਕ ਥਾਂ 'ਤੇ ਉਗਾਇਆ ਤਾਂ ਉਹ ਫਸਲ ਹੈ। ਉਸ ਫਸਲ ਦੇ ਉਤਪਾਦਨ ਅਤੇ ਪ੍ਰਬੰਧਨ, ਉਤਪਾਦਨ ਮਤਲਬ ਉਸਨੂੰ ਅਸੀਂ ਕਿਸ ਤਰ੍ਹਾਂ ਉਸਨੂੰ ਜਿਹੜਾ ਹੈ ਅਸੀਂ ਪੈਦਾ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਉਸ ਨੂੰ ਕਿਸ ਤਰ੍ਹਾਂ ਸਾਂਭ ਰਹੇ ਹਾਂ, ਜੋ ਅਸੀਂ ਇਸ ਪਾਠ ਦੇ ਵਿੱਚ ਜਿਹੜਾ ਹੈ ਉਹ ਗੱਲ ਕਰਨੀ ਹੈਗੀ ਹੈ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਇਸ ਪਾਠ ਦੀ ਜਿਹੜੀ ਗੱਲ ਆਉਂਦੀ ਹੈਗੀ ਹੈ ਉਹ ਹੈ ਜੀ ਖੇਤੀਬਾੜੀ ਦੀਆਂ ਜਿਹੜੀਆਂ ਸਾਡੇ ਕੋਲ ਪੱਧਤੀਆਂ। ਤਾਂ ਖੇਤੀਬਾੜੀ ਦੀਆਂ ਜਿਹੜੀਆਂ ਪੱਧਤੀਆਂ ਹੈ ਉਹ ਕਹਿੰਦੇ ਜੀ ਉਹ ਕੀ ਹੈ? ਤੇਜ਼ੀ ਨਾਲ ਵੱਧਦੀ ਹੋਈ ਆਬਾਦੀ ਦੀਆਂ ਭੋਜਨ ਸੰਬੰਧੀ ਲੋੜਾਂ ਦੀ ਪੂਰਤੀ ਲਈ ਕੁਝ ਨਵੀਆਂ ਖੇਤੀਬਾੜੀ ਪੱਧਤੀਆਂ ਨੂੰ ਅਪਣਾਉਣ ਦੀ ਜ਼ਰੂਰਤ ਹੈ। ਅਤੇ ਇਹ ਜਿਹੜਾ ਹੈ ਬਹੁਤ ਹੀ ਜ਼ਰੂਰੀ ਕੰਮ ਹੈ, ਕਿਉਂਕਿ ਲਗਾਤਾਰ ਮਨੁੱਖ ਦੀ ਜਿਹੜੀ ਗਿਣਤੀ ਹੈ, ਆਬਾਦੀ ਹੈ, ਧਰਤੀ ਦੇ ਉੱਪਰ ਵੱਧਦੀ ਜਾ ਰਹੀ ਹੈ। ਫਸਲਾਂ ਜਿਹੜੀਆਂ ਨੇ ਉਹ ਕਹਿੰਦੇ ਜੀ ਕੀ ਹੈ ਕਿ ਉਹ ਅਲੱਗ-ਅਲੱਗ ਕਿਸਮ ਦੀਆਂ ਹੁੰਦੀਆਂ ਨੇ, ਅਨਾਜ, ਦਾਲਾਂ, ਸਬਜ਼ੀਆਂ, ਫਲ ਆਦਿ, ਜਿਸ ਵਿੱਚ ਮੌਸਮ ਇਹ ਮੌਸਮ ਅਨੁਸਾਰ ਪੌਦੇ ਉਗਾਏ ਜਾਂਦੇ ਹਨ। ਉਸ ਦੇ ਆਧਾਰ 'ਤੇ ਅਸੀਂ ਫਸਲ ਦਾ ਵਰਗੀਕਰਨ ਕਰਦੇ ਹਾਂ। ਅਤੇ ਵਰਗੀਕਰਨ ਜੇ ਅਸੀਂ ਗੱਲ ਕਰਦੇ ਹਾਂ ਤਾਂ ਕਹਿੰਦੇ ਜੀ ਅਸੀਂ ਇਸਨੂੰ ਜਿਹੜਾ ਹੈ ਉਹ ਖਰੀਫ ਦੀਆਂ ਫਸਲਾਂ ਅਤੇ ਰਬੀ ਦੀਆਂ ਫਸਲਾਂ ਦੇ ਨਾਮ ਜਿਹੜਾ ਹੈ ਇਹਨਾਂ ਨੂੰ ਅਸੀਂ ਵੰਡਦੇ ਹਾਂ। ਖਰੀਫ ਦੀਆਂ ਫਸਲਾਂ ਉਹ ਫਸਲਾਂ ਹੁੰਦੀਆਂ ਨੇ ਜੋ ਵਰਖਾ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ। ਅਤੇ ਇਸ ਦੇ ਵਿੱਚ ਅਸੀਂ ਜੀ ਗੱਲ ਨੋਟ ਕਰੀਏ ਸਾਡੇ ਕੋਲ ਆਉਂਦੀ ਹੈ ਜੀ ਉਹ ਹੈ ਚਾਵਲ, ਮੱਕੀ, ਮੂੰਗਫਲੀ, ਕਪਾਹ। ਅਤੇ ਦੂਸਰੀ ਹੈ ਜੀ ਰਬੀ ਦੀਆਂ ਫਸਲਾਂ। ਰਬੀ ਦੀਆਂ ਫਸਲਾਂ ਜੋ ਫਸਲਾਂ ਸਰਦੀ ਰੁੱਤ ਵਿੱਚ ਜਾਂ ਜਿਹੜੀਆਂ ਫਸਲਾਂ ਰੱਬ ਦੇ ਆਸਰੇ ਹੁੰਦੀਆਂ ਨੇ ਅਸੀਂ ਕਹਿ ਦਿੰਦੇ ਜੀ ਉਹ ਰਬੀ ਦੀਆਂ ਫਸਲਾਂ ਨੇ। ਅਤੇ ਇਹ ਫਸਲਾਂ ਦੇ ਵਿੱਚ ਗੱਲ ਕਰਦੇ ਹਾਂ ਜੀ ਕਿਉਂਕਿ ਜੇ ਕਣਕ ਹੈ, ਛੋਲੇ ਹੈ, ਮਟਰ ਹੈ, ਸਰੋਂ ਹੈ। ਅਤੇ ਜਿਵੇਂ ਆਪਾਂ ਜਾਣਦੇ ਵੀ ਹੈਗੇ ਹਾਂ ਕਿ ਰਬੀ ਦੀਆਂ ਫਸਲਾਂ ਜਿਹੜੀਆਂ ਕਿ ਸਰਦੀਆਂ ਵਿੱਚ ਉਗਦੀਆਂ ਨੇ, ਕਿ ਸਾਡਾ ਇਲਾਕਾ ਜਿਹੜਾ ਹੈ ਉਹ ਪਹਾੜੀ ਇਲਾਕਾ ਹੈ। ਅਤੇ ਇੱਥੇ ਕੀ ਹੈ ਕਿ ਜੇ ਮੀਂਹ ਪੈ ਜਾਂਦਾ ਹੈ ਤਾਂ ਇਹ ਫਸਲਾਂ ਜਿਹੜੀਆਂ ਸਾਡੀਆਂ ਇਹ ਹੋ ਜਾਂਦੀਆਂ ਨੇ। ਨਹੀਂ ਤਾਂ ਫਿਰ ਕਿਆ ਹੈ ਕਿ ਜੇਕਰ ਮੀਂਹ ਨਾ ਪਵੇ ਤਾਂ ਫਿਰ ਸਾਡੀ ਕਣਕ ਜਾਂ ਸਾਡੀ ਜਿਹੜੀ ਫਸਲ ਹੈ ਮਟਰ, ਸਰੋਂ, ਇਹ ਸਭ ਸਾਡੀ ਫਸਲਾਂ ਖਰਾਬ ਹੋ ਜਾਂਦੀਆਂ ਨੇ। ਠੀਕ ਹੈ ਜੀ ਗੱਲ। ਉਸ ਤੋਂ ਬਾਅਦ ਆਉਂਦੀ ਹੈ ਜੀ ਫਸਲ ਉਤਪਾਦਨ ਸੰਬੰਧੀ ਮੁੱਖ ਪੱਧਤੀਆਂ। ਮੁੱਖ ਪੱਧਤੀਆਂ ਦੀ ਗੱਲ ਕਰੀਏ ਤਾਂ ਖੇਤ ਅਤੇ ਭੂਮੀ ਦੀ ਤਿਆਰੀ, ਬੀਜ ਬੀਜਣਾ, ਖਾਦ ਪਾਉਣਾ, ਅਤੇ ਉਸ ਤੋਂ ਬਾਅਦ ਖਾਦ ਪਾਉਣ ਤੋਂ ਬਾਅਦ ਸਿੰਚਾਈ ਕਰਨਾ, ਗੋਡੀ ਕਰਨਾ, ਵਾਢੀ ਕਰਨਾ, ਅਤੇ ਫਿਰ ਉਸ ਤੋਂ ਬਾਅਦ ਉਸਦਾ ਭੰਡਾਰਨ। ਤਾਂ ਕਹਿੰਦੇ ਜੀ ਇਹ ਸਾਡੇ ਕੋਲ ਜਿਹੜੀਆਂ ਉਹ ਖੇਤੀ ਦੇ ਵਿੱਚ ਦੀਆਂ ਵਿਧੀਆਂ ਸਾਡੇ ਕੋਲ ਅਲੱਗ-ਅਲੱਗ ਆਉਂਦੀਆਂ ਨੇ। ਤਾਂ ਖੇਤ ਜਾਂ ਭੂਮੀ ਦੀ ਤਿਆਰੀ ਕਰਨ ਦੇ ਲਈ ਜੇ ਅਸੀਂ ਗੱਲ ਕਹੀਏ ਤਾਂ ਸਾਡੇ ਜਿਹੜਾ ਹੈ ਉਹ ਘਰ ਦੇ ਜਿਹੜੇ ਨੇ ਉਹ ਕੀ ਕਰਦੇ ਨੇ ਜੀ, ਖੇਤਾਂ ਦੇ ਵਿੱਚ ਹਲ ਵਾਹਣ ਦਾ ਕੰਮ ਕਰਦੇ ਨੇ। ਮੇਨ ਜਿਹੜਾ ਹੈ ਕੰਮ ਜਿਹੜਾ ਹੈ ਉਹ ਖੇਤ ਜਾਂ ਭੂਮੀ ਦੀ ਜਿਹੜੀ ਤਿਆਰੀ ਕਰਨ ਵਾਸਤੇ ਇਹ ਤਰੀਕਾ ਵਰਤਿਆ ਜਾਂਦਾ ਹੈ। ਜਾਂ ਫਿਰ ਜਿਹੜਾ ਹੈ ਅੱਜ ਕੱਲ੍ਹ ਜਿਹੜਾ ਹੈ ਉਹ ਟਰੈਕਟਰਾਂ ਰਾਹੀਂ ਵੀ ਖੇਤਾਂ ਦੇ ਜਿਹੜਾ ਹੈ ਉਹ ਜਿਹੜਾ ਹੈ ਵੱਡੇ ਪੱਧਰ 'ਤੇ ਜਿਹੜਾ ਅਤੇ ਜਲਦੀ ਜਿਹੜਾ ਹੈ ਸਮਾਂ ਨੂੰ ਬਚਾਉਣ ਦੇ ਲਈ ਜਿਹੜਾ ਹੈ ਉਹ ਵਰਤਿਆ ਜਾਂਦਾ ਹੈਗਾ ਜਿਹੜਾ ਹੈ। ਇਸ ਤੋਂ ਬਾਅਦ ਅਗਲਾ ਹੈ ਜੀ ਬਿਜਾਈ। ਬੀਜ ਬੀਜਣ ਦੇ ਲਈ ਜੇ ਅਸੀਂ ਗੱਲ ਕਹੀਏ ਤਾਂ ਬਿਜਾਈ ਜਿਹੜਾ ਹੈ ਫਸਲ ਉਤਪਾਦਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਤੇ ਬੀਜਣ ਤੋਂ ਪਹਿਲਾਂ ਵਧੀਆ ਕਿਸਮ ਦੇ ਬੀਜਾਂ ਦੀ ਜਿਹੜੀ ਹੈ ਚੋਣ ਉਹ ਜ਼ਰੂਰੀ ਹੈ। ਬਿਜਾਈ ਦੀ ਇੱਕ ਪੱਧਤੀ ਜਿਹੜੀ ਹੈ ਬੀਜ ਬੀਜਣ ਦਾ ਪਰੰਪਰਾਗਤ ਤਰੀਕਾ ਜੋ ਇੱਥੇ ਇਸ ਚਿੱਤਰ ਦੇ ਵਿੱਚ ਦਿਖਾਇਆ ਗਿਆ ਹੈ। ਅਤੇ ਇਸ ਤੋਂ ਬਾਅਦ ਜਿਹੜਾ ਹੈ ਇੱਕ ਜੋ ਅੱਜ ਕੱਲ੍ਹ ਅਸੀਂ ਵਰਤਦੇ ਹਾਂ ਜੀ ਬੀਜ ਪੌਰ, ਉਹ ਵੀ ਸੀਡ ਡਰਿਲ ਜਿਹੜੀ ਹੈ ਉਹ ਵੀ ਜਿਹੜਾ ਹੈ ਇਸਦੇ 'ਚ ਨਵਾਂ ਤਰੀਕਾ ਜਿਹੜਾ ਹੈ ਅੱਜ ਕੱਲ੍ਹ ਵਰਤਿਆ ਜਾਂਦਾ ਹੈਗਾ ਜੀ। ਉਸ ਤੋਂ ਬਾਅਦ ਹੈ ਜੀ ਜਦੋਂ ਅਸੀਂ ਬੀਜ ਦਿੱਤਾ ਹੈ ਤਾਂ ਖਾਦ ਪਾਉਣਾ। ਖਾਦ ਪਾਉਣ ਦਾ ਜਿਹੜਾ ਕੰਮ ਹੈ ਕਹਿੰਦੇ ਜੇ ਅਸੀਂ ਗੱਲ ਕਰਦੇ ਹਾਂ ਕਿ ਇਹ ਪੌਦਿਆਂ ਨੂੰ ਸਿਹਤਮੰਦ ਰੱਖਣ ਵਾਸਤੇ, ਜੇ ਪੌਦੇ ਸਾਡੇ ਕਹਿੰਦੇ ਜੀ ਕੀ ਹੈ ਕਿ ਸਿਹਤਮੰਦ ਨਹੀਂ ਰਹਿਣਗੇ ਤਾਂ ਇਹ ਦਿੱਕਤ ਸਾਡੇ ਵਾਸਤੇ ਆ ਸਕਦੀ ਹੈ। ਤਾਂ ਖਾਦ ਜਿਹੜੀ ਹੈ ਉਹ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਹੈ ਜੀ ਰੂੜੀ ਖਾਦ ਅਤੇ ਦੂਜੀ ਹੈ ਜੀ ਰਸਾਇਣਿਕ ਖਾਦ। ਜੇ ਅਸੀਂ ਇਸ ਰੂੜੀ ਅਤੇ ਰਸਾਇਣਿਕ ਖਾਦ ਦੀ ਗੱਲ ਕਰੀਏ ਤਾਂ ਸਾਡੇ ਕੋਲ ਜਿਹੜਾ ਹੈ ਇਹ ਅੰਤਰ ਜਿਹੜਾ ਹੈ ਸਾਡੇ ਕੋਲ ਜਿਹੜਾ ਹੈ ਸਾਡੇ ਸਿਲੇਬਸ 'ਚ ਦਿੱਤਾ ਹੋਇਆ ਹੈ ਜੀ। ਤਾਂ ਇਹਦਾ ਅੰਤਰ ਜਿਹੜਾ ਹੈ ਸਭ ਤੋਂ ਆਸਾਨ ਢੰਗ ਹੈ ਕਿਸੇ ਵੀ ਪ੍ਰਸ਼ਨ ਨੂੰ ਯਾਦ ਕਰਨ ਵਾਸਤੇ। ਰਸਾਇਣਿਕ ਖਾਦਾਂ ਜਿਹੜੀਆਂ ਨੇ ਉਹਨਾਂ 'ਚ ਕਿਆ ਹੈ, ਰਸਾਇਣਿਕ ਖਾਦਾਂ ਅਕਾਰਬਨਿਕ ਪਦਾਰਥ ਹਨ
ਪਦਾਰਥ ਬਾਰੇ ਆਪਾਂ ਬੇਟਾ ਪੜ੍ਹਿਆ ਹੋਇਆ ਹੈਗਾ ਕਿ ਜਿਹੜੇ ਪਦਾਰਥ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਜਾਂ ਤਾਂ ਉਹਦੇ 'ਚ ਕਾਰਬਨ ਹੁੰਦਾ ਹੈ ਜਾਂ ਕਾਰਬਨ ਨਹੀਂ ਹੁੰਦਾ। ਜਿਸ 'ਚ ਕਾਰਬਨ ਨਹੀਂ ਹੁੰਦਾ ਉਸ ਨੂੰ ਅਕਾਰਬਨਿਕ ਕਿਹਾ ਜਾਂਦਾ ਹੈ। ਰੂੜੀ ਦੀ ਖਾਦ, ਰੂੜੀ ਖਾਦ ਜਿਹੜੀ ਹੈ ਕੁਦਰਤੀ ਪਦਾਰਥ ਹੈ ਜੋ ਕਿ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਤਿਆਰ ਹੁੰਦੀ ਹੈ, ਜਿਸ ਨੂੰ ਅਸੀਂ ਮੈਲ ਵੀ ਕਹਿ ਦਿੰਦੇ ਹਾਂ। ਰਸਾਇਣਿਕ ਖਾਦਾਂ ਦਾ ਉਤਪਾਦਨ ਫੈਕਟਰੀਆਂ ਵਿੱਚ ਕੀਤਾ ਜਾਂਦਾ ਹੈ, ਜਦਕਿ ਰੂੜੀ ਖਾਦ ਜਾਂ ਮੈਲ ਸਾਡੀ ਜਿਹੜੀ ਹੈ ਉਹ ਖੇਤਾਂ ਵਿੱਚ ਜਾਂ ਘਰਾਂ ਦੇ ਬਾਹਰ ਖੁੱਲ੍ਹੀ ਥਾਂ ਵਿੱਚ ਤਿਆਰ ਕੀਤੀ ਜਾਂਦੀ ਹੈ। ਰਸਾਇਣਿਕ ਖਾਦਾਂ ਭੂਮੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ। ਰੂੜੀ ਖਾਦ ਭੂਮੀ ਨੂੰ ਭਰਪੂਰ ਮਾਤਰਾ ਵਿੱਚ ਮੱਲੜ ਪ੍ਰਦਾਨ ਕਰਦੀ ਹੈ। ਰਸਾਇਣਿਕ ਖਾਦਾਂ ਵਿੱਚ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਆਦਿ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜਦਕਿ ਰੂੜੀ ਦੀ ਖਾਦ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਇਹ ਪੋਸ਼ਕ ਤੱਤ ਘੱਟ ਮਾਤਰਾ ਵਿੱਚ ਹੁੰਦੇ ਹਨ। ਠੀਕ ਹੈ ਜੀ। ਸੋ ਇਹ ਜਿਹੜਾ ਹੈ ਇਹਦਾ ਅੰਤਰ ਹੈ, ਇਸ ਨੂੰ ਜਿਹੜਾ ਹੈ ਜ਼ਰੂਰ ਯਾਦ ਰੱਖਣਾ ਹੈ ਸਾਰਿਆਂ ਨੇ। ਕਈ ਵਾਰੀ ਪੇਪਰ ਦੇ ਵਿੱਚ ਇਹ ਵੀ ਪ੍ਰਸ਼ਨ ਆ ਜਾਂਦਾ ਹੈ ਕਿ ਜਿਹੜੀ ਰੂੜੀ ਦੀ ਖਾਦ ਹੈ ਉਸ ਦੇ ਲਾਭ ਕੀ ਹੈ। ਤਾਂ ਜੇ ਅਸੀਂ ਲਾਭ ਦੀ ਗੱਲ ਕਰੀਏ ਤਾਂ ਕਹਿੰਦੇ ਜੀ ਕੀ ਹੈ, ਰੂੜੀ ਦੀ ਖਾਦ ਜੋ ਕਿ ਆਪਣੀ ਅਸੀਂ ਘਰ ਖੇਤਾਂ ਵਿੱਚ ਮੈਲ ਪਾਉਂਦੇ ਹਾਂ ਉਸ ਦੀ ਗੱਲ ਕੀਤੀ ਜਾ ਰਹੀ ਹੈ, ਉਹਦਾ ਕੀ ਫਾਇਦਾ ਹੈ। ਕਹਿੰਦੇ ਜੀ ਨੰਬਰ 1, ਦੇਸੀ ਖਾਦ ਭੂਮੀ ਦੇ ਪਾਣੀ ਨੂੰ ਸੋਖ ਕੇ ਰੱਖਣ ਦੀ ਸਮਰੱਥਾ ਵਿੱਚ ਸੁਧਾਰ ਕਰਦੀ ਹੈ। ਇਹ ਭੂਮੀ ਨੂੰ ਮੁਸਾਮਦਾਰ ਬਣਾਉਂਦੀ ਹੈ, ਜਿਸ ਨਾਲ ਗੈਸਾਂ ਦਾ ਵਟਾਂਦਰਾ ਆਸਾਨ ਹੋ ਜਾਂਦਾ ਹੈ। ਇਸ ਨਾਲ ਮਿੱਟੀ ਵਿੱਚ ਮਿੱਤਰ ਕੀੜਿਆਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ ਅਤੇ ਇਹ ਭੂਮੀ ਦੀ ਬਣਤਰ ਵਿੱਚ ਸੁਧਾਰ ਕਰਦੀ ਹੈ। ਇਹ ਬੜੇ ਇੰਪੋਰਟੈਂਟ ਪੁਆਇੰਟ ਹੈਗੇ ਆ। ਜੇਕਰ ਸਾਨੂੰ ਕੋਈ ਕਹਿੰਦਾ ਆ ਕਿ ਜੀ ਅਸੀਂ ਜਿਹੜਾ ਹੈ ਆਪਣੇ ਅੱਜ ਕੱਲ੍ਹ ਖੇਤਾਂ ਦੇ ਵਿੱਚ ਜਿਹੜੀ ਹੈ ਕੀ ਹੈ ਵੱਧ ਤੋਂ ਵੱਧ ਰਸਾਇਣਿਕ ਖਾਦਾਂ ਵਰਤਦੇ ਪਏ ਹਾਂ, ਤਾਂ ਉਹਦੀ ਜਗ੍ਹਾ 'ਤੇ ਜਿਹੜਾ ਹੈ ਸਾਨੂੰ ਹੋਰ ਢੰਗ ਕੀ ਲੋੜ ਹੈ ਵਰਤਣ ਦੀ, ਤਾਂ ਕਹਿੰਦੇ ਜੀ ਇਹ ਬਹੁਤ ਇੰਪੋਰਟੈਂਟ ਪੁਆਇੰਟ ਬਣ ਜਾਂਦੇ ਨੇ। ਉਸ ਤੋਂ ਅਗਲਾ ਹੈ ਜੀ ਬਹੁਤ ਇੰਪੋਰਟੈਂਟ ਕਿ ਅਸੀਂ ਖੇਤ ਪੱਧਰਾ ਕਰ ਲਿਆ, ਬੀਜ ਦਿੱਤਾ, ਬੀਜ ਬੀਜਣ ਤੋਂ ਬਾਅਦ ਅਸੀਂ ਜਿਹੜਾ ਹੈ ਖੇਤਾਂ ਦੇ ਵਿੱਚ ਜਿਹੜਾ ਹੈ ਉਹ ਖਾਦ ਵੀ ਪਾ ਦਿੱਤੀ ਹੈ, ਪਰ ਜੇ ਸਹੀ ਸਮੇਂ 'ਤੇ ਅਸੀਂ ਪਾਣੀ ਨਹੀਂ ਲਗਾਇਆ, ਸਿੰਚਾਈ ਜਿਸ ਨੂੰ ਕਹਿੰਦੇ ਹਾਂ, ਪਾਣੀ ਜੇ ਖੇਤਾਂ ਨੂੰ ਅਸੀਂ ਫਸਲਾਂ ਨੂੰ ਨਹੀਂ ਦਿੱਤਾ, ਤਾਂ ਸਾਡਾ ਜਿਹੜਾ ਹੈ ਉਹ ਬੀਜ, ਸਾਡੀ ਫਸਲ, ਸਾਡੀ ਰਸਾਇਣਿਕ ਖਾਦਾਂ ਜਿਹੜੀਆਂ ਉਹ ਸਭ ਖਤਮ ਹੋ ਜਾਏਗਾ, ਕਿਉਂਕਿ ਸਿੰਚਾਈ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਸਿੰਚਾਈ ਦੀ ਗੱਲ ਕਰੀਏ ਤਾਂ ਸਾਡੇ ਕੋਲ ਜਿਹੜੇ ਨੇ ਇਹਦੇ ਸੋਮੇ ਕਿਆ ਹੈਗੇ ਜੀ, ਸਿੰਚਾਈ ਦੇ ਸੋਮੇ ਸਾਡੇ ਕੋਲ ਹੈਗੇ ਜੀ ਖੂਹ, ਟਿਊਬਵੈੱਲ, ਛੱਪੜ, ਝੀਲਾਂ, ਦਰਿਆ, ਬੰਨ ਅਤੇ ਨਹਿਰਾਂ। ਇਸ ਤੋਂ ਬਾਅਦ ਸਾਡੇ ਕੋਲ ਕਹਿੰਦੇ ਜੀ ਕੀ ਹੈ ਕਿ ਕੁਝ ਜਿਹੜੇ ਢੰਗ ਜਿਹੜੇ ਹੈਗੇ ਆ ਸਿੰਚਾਈ ਦੇ ਪਰੰਪਰਾਗਤ ਤਰੀਕੇ ਸਾਡੇ ਕੋਲ ਜਿਹੜੇ ਆਉਂਦੇ, ਕਹਿੰਦੇ ਜੀ ਉਹ ਕੀ ਹੈ ਨੇ ਜੀ, ਕਹਿੰਦੇ ਜੀ ਉਹ ਹੈ ਜੀ ਘਿਰਨੀ ਪ੍ਰਣਾਲੀ ਦੁਆਰਾ, ਜਿਵੇਂ ਕਿ ਬਹੁਤ ਸਾਰੇ ਬੱਚਿਆਂ ਨੇ ਇਹਨਾਂ ਨੂੰ ਦੇਖਿਆ ਵੀ ਹੋਣਾ ਹੈ, ਚੇਨ ਪੰਪ ਦੁਆਰਾ, ਢੇਕੁਲੀ ਦੁਆਰਾ ਅਤੇ ਹਲਟ ਰਾਹੀਂ ਜਿਹੜੀ ਵਿਧੀ ਹੈ, ਜਿਹੜੀ ਹੈ ਇਹ ਪੁਰਾਣੀ ਵਿਧੀਆਂ ਨੇ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਸਾਡੇ ਖੇਤਾਂ ਦੇ ਵਿੱਚ ਸਾਡੇ ਬਜ਼ੁਰਗ ਵੱਡੇ ਵਡੇਰੇ ਜਿਹੜੇ ਸੀ ਉਹ ਵਰਤਦੇ ਸੀਗੇ। ਪਰ ਸਿੰਚਾਈ ਦੀਆਂ ਆਧੁਨਿਕ ਢੰਗ ਜਿਹੜੇ ਨੇ ਅੱਜ ਕੱਲ੍ਹ ਜੋ ਅਸੀਂ ਵਰਤਦੇ ਹਾਂ ਉਹ ਹੈ ਜੀ ਫੁਹਾਰਾ ਪ੍ਰਣਾਲੀ, ਅਤੇ ਇਹ ਪ੍ਰਣਾਲੀ ਬਹੁਤ ਵਧੀਆ ਪ੍ਰਣਾਲੀਆਂ ਦੇ ਵਿੱਚੋਂ ਇੱਕ ਪ੍ਰਣਾਲੀ ਨੂੰ ਜਿਹੜਾ ਹੈ ਇਸ ਨੂੰ ਗਿਣਿਆ ਜਾਂਦਾ ਹੈ। ਦੂਸਰੀ ਹੈ ਜੀ ਤੁਪਕਾ ਪ੍ਰਣਾਲੀ। ਇਹ ਦੋਨੇ ਹੀ ਪ੍ਰਣਾਲੀਆਂ, ਭਾਵੇਂ ਫੁਹਾਰਾ ਪ੍ਰਣਾਲੀ ਹੈ ਅਤੇ ਭਾਵੇਂ ਤੁਪਕਾ ਪ੍ਰਣਾਲੀ ਹੈ, ਇਸ ਦੇ ਨਾਲ ਪਾਣੀ ਨੂੰ ਜਿਹੜਾ ਹੈ ਲੋੜ ਅਨੁਸਾਰ ਜਿੰਨੀ ਕੁ ਲੋੜ ਹੁੰਦੀ ਹੈ ਉਨੀ ਕੁ ਹੀ ਜਿਹੜਾ ਹੈ ਵਰਤੋਂ ਦੇ ਹਿਸਾਬ ਨਾਲ ਪਾਣੀ ਨੂੰ ਜਿਹੜਾ ਹੈ ਵਰਤਿਆ ਜਾਂਦਾ ਹੈ, ਪੌਦਿਆਂ ਨੂੰ ਸਿੰਚਾਈ ਜਿਹੜੀ ਹੈ ਉਹ ਲਈ ਦਿੱਤਾ ਜਾਂਦਾ ਹੈ। ਅੱਛਾ ਜੀ, ਇਸ ਤੋਂ ਬਾਅਦ ਸਾਡੇ ਕੋਲ ਅਗਲਾ ਆ ਗਿਆ ਜੀ ਨਦੀਨ ਕਿਆ ਹੁੰਦੇ ਨੇ। ਨਦੀਨ ਕਹਿੰਦੇ ਜੀ ਜੇ ਅਸੀਂ ਆਮ ਭਾਸ਼ਾ 'ਚ ਇੱਕ ਗੱਲ ਕਹੀਏ ਤਾਂ ਜਿਹੜੇ ਨਦੀਨ ਹੁੰਦੇ ਨੇ ਉਹ ਵਾਧੂ ਪਦਾਰਥ ਜਿਹੜੇ ਕਿ ਸਾਡੇ ਖੇਤਾਂ ਦੇ ਵਿੱਚ ਜਿਹੜੇ ਨੇ ਸਾਡੀ ਫਸਲ ਦੇ ਨਾਲ ਉੱਗ ਜਾਂਦੇ ਨੇ। ਹੁਣ ਫਸਲ ਤਾਂ ਅਸੀਂ ਆਪ ਲਗਾਈ ਹੁੰਦੀ ਹੈ, ਅਸੀਂ ਉਸ ਨੂੰ ਜਿਹੜਾ ਹੈ ਫਸਲ ਕਹਿ ਰਹੇ ਜਿਹਨੂੰ ਅਸੀਂ ਆਪ ਲਗਾਇਆ ਹੈ। ਜਿਹੜੇ ਆਪਣੀ ਮਰਜ਼ੀ ਨਾਲ ਘਾਹ ਅਣਚਾਹੇ ਜਿਹੜੇ ਪੌਦੇ ਖੇਤ ਵਿੱਚ ਉੱਗ ਜਾਂਦੇ ਨੇ ਉਸ ਨੂੰ ਅਸੀਂ ਨਦੀਨ ਕਹਿੰਦੇ ਹਾਂ। ਅਤੇ ਇਹ ਨਦੀਨ ਜਿਹੜੇ ਨੇ ਇਹਨਾਂ ਨੂੰ ਜਿਹੜਾ ਹੈ ਕਈ ਢੰਗਾਂ ਦੇ ਨਾਲ ਜਿਹੜਾ ਹੈ ਅਸੀਂ ਇਸਨੂੰ ਆਪਣੇ ਖੇਤਾਂ ਦੇ ਵਿੱਚੋਂ ਫਸਲ ਨੂੰ ਜਿਹੜਾ ਹੈ ਉਹ ਬਚਾਉਣ ਲਈ ਵਰਤ ਸਕਦੇ ਹਾਂ। ਜਿਵੇਂ ਇੱਕ ਸਾਡੇ ਕੋਲ ਜੀ ਗੋਡੀ ਇੱਕ ਢੰਗ ਹੈਗੀ ਹੈ, ਅਤੇ ਜਾਂ ਫਿਰ ਕਹਿੰਦੇ ਜੀ ਕੀ ਹੈ ਕਿ ਅਸੀਂ ਜਿਹੜਾ ਹੈ ਨਦੀਨ ਨਾਸ਼ਕਾਂ ਦਾ ਛਿੜਕਾਓ ਕਰਕੇ,
ਕਿਉਂਕਿ ਜਿਹੜਾ ਹੈ ਜੇ ਅਸੀਂ ਗੱਲ ਕਹੀਏ ਕਿ ਜਿਹੜਾ ਰਸਾਇਣਿਕ ਪਦਾਰਥਾਂ ਦਾ ਛਿੜਕਾਅ ਹੈ ਉਸ ਨੂੰ ਘੱਟ ਕਰਨ ਦੀ ਗੱਲ ਜ਼ਿਆਦਾ ਲੋੜ ਹੈਗੀ ਹੈ, ਤਾਂ ਜਿਹੜਾ ਹੈ ਗੋਡੀ ਜਿਹੜਾ ਹੈ ਇੱਕ ਵਧੀਆ ਢੰਗ ਹੋ ਸਕਦਾ ਹੈ। ਭਾਵੇਂ ਇਸ 'ਚ ਸਮਾਂ ਵੱਧ ਲੱਗਦਾ ਹੈ, ਪਰ ਜਿਹੜਾ ਜ਼ਹਿਰੀਲਾ ਰਸਾਇਣਿਕ ਪਦਾਰਥ ਹੈ ਸਾਡੇ ਜੋ ਭੋਜਨ ਪਦਾਰਥਾਂ ਵਿੱਚ ਮਿਲ ਕੇ ਸਾਡੇ ਘਰਾਂ ਤੱਕ ਪਹੁੰਚਦਾ ਹੈ, ਸਾਡੇ ਖਾਣੇ 'ਚ ਆਉਂਦਾ ਹੈ, ਉਸ ਤੋਂ ਅਸੀਂ ਬਚਾਅ ਕਰ ਸਕਦੇ ਹਾਂ। ਅੱਗੇ ਹੈ ਜੀ ਵਾਢੀ। ਵਾਢੀ ਜਿਹੜੀ ਹੈਗੀ ਫਸਲ ਤਿਆਰ ਹੋਣ ਤੋਂ ਬਾਅਦ ਜਿਹੜੀ ਕੀਤੀ ਜਾਂਦੀ ਹੈਗੀ ਹੈ, ਅਤੇ ਫਸਲ ਜਿਹੜਾ ਹੈ ਪੱਕਣ ਤੋਂ ਬਾਅਦ ਉਸਨੂੰ ਕੱਟਣਾ ਵਾਢੀ ਅਖਵਾਉਂਦਾ ਹੈ। ਅਤੇ ਵਾਢੀ ਜਿਹੜੀ ਹੈਗੀ ਹੈ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ ਕਹਿੰਦੇ ਜੀ ਕਿ ਆਮ ਕਰਕੇ ਜਿਹੜਾ ਹੈ ਉਹ ਕਹਿੰਦੇ ਜੀ ਕਿਸੇ ਸਮੇਂ 'ਚ ਦਾਤੀ ਨਾਲ ਕੀਤੀ ਜਾਂਦੀ ਸੀ, ਪਰ ਅੱਜ ਕੱਲ੍ਹ ਜਿਹੜੀਆਂ ਨੇ ਉਹ ਕੰਬਾਈਨਾਂ ਆ ਗਈਆਂ ਹੋਈਆਂ ਨੇ ਜੋ ਕਿ ਸਮਾਂ ਜਿਹੜਾ ਹੈ ਉਹ ਬਹੁਤ ਜ਼ਿਆਦਾ ਬਚਾਉਂਦੀਆਂ ਹੈਗੀਆਂ, ਅਤੇ ਉਸ ਤੋਂ ਬਾਅਦ ਜੀ ਇਸ ਨੂੰ ਛੱਟਣ ਵਿਧੀ ਰਾਹੀਂ ਜਿਹੜਾ ਹੈ ਅਸੀਂ ਜਿਹੜਾ ਹੈ ਅਲੱਗ ਕਰ ਸਕਦੇ ਹਾਂ। ਅਤੇ ਫਸਲ ਜਿਹੜੀ ਹੈ ਅਸੀਂ ਜੀ ਬੀਜ ਕੇ ਅਸੀਂ ਫਸਲ ਜਿਹੜੀ ਹੈਗੀ ਪ੍ਰਾਪਤ ਕਰ ਲਈ। ਵਾਢੀ ਕਰਕੇ ਅਸੀਂ ਨਵੀਂ ਫਸਲ ਨੂੰ ਜਿਹੜਾ ਹੈ ਅਗਲਾ ਕੰਮ ਜੋ ਆਉਂਦਾ ਹੈ ਉਹ ਹੈ ਜੀ ਭੰਡਾਰਨ ਦਾ। ਭੰਡਾਰਨ ਕਿਆ ਹੁੰਦਾ ਹੈ? ਜੋ ਫਸਲ ਦਾ ਉਤਪਾਦਨ ਅਸੀਂ ਕਰ ਲਿਆ ਹੈ ਉਸ ਨੂੰ ਜਿਹੜਾ ਹੈ ਲਿਆ ਕੇ ਸਹੀ ਢੰਗ ਦੇ ਨਾਲ ਸਟੋਰ ਕਰਨਾ। ਕਹਿੰਦੇ ਜੀ ਇਹਦਾ ਜਿਹੜਾ ਮੇਨ ਜ਼ਰੂਰੀ ਕੰਮ ਕੀ ਹੈ ਕਿ ਫਸਲ ਨੂੰ ਜਿਹੜਾ ਹੈ ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਣਾ ਜ਼ਰੂਰੀ ਹੈ। ਜੇਕਰ ਇੱਦਾਂ ਨਹੀਂ ਕਰਦੇ ਹਾਂ ਤਾਂ ਕਈ ਤਰ੍ਹਾਂ ਜਿਹੜੇ ਨੇ ਉਹ ਕੀਟ ਸੂਖਮ ਜੀਵ ਜਿਹੜੇ ਨੇ ਉੱਲੀਆਂ ਜਿਹੜੇ ਨੇ ਉਹ ਫਸਲ ਨੂੰ ਜਿਹੜਾ ਹੈ ਸਾਡੇ ਜਿਹੜਾ ਅਨਾਜ ਜੋ ਅਸੀਂ ਆਪਣੇ ਘਰਾਂ 'ਚ ਲੈ ਕੇ ਆਏ ਉਸ ਨੂੰ ਤਬਾਹ ਕਰ ਸਕਦੇ ਹੈਗੇ ਹੈ। ਅਤੇ ਇਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਉਹਨਾਂ ਭੰਡਾਰਨ ਦੀ ਗੱਲ ਕਰੀਏ ਤਾਂ ਸੀਲੋਜ਼ ਹੋ ਗਏ, ਜਾਂ ਫਿਰ ਕਹਿੰਦੇ ਜੀ ਕੀ ਹੈ ਕਿ ਗੋਦਾਮਾਂ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਜਿਹੜਾ ਹੈ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਹੈ ਰੱਖਿਆ ਜਾਂਦਾ ਹੈ। ਅਸੀਂ ਆਪਣੇ ਘਰਾਂ ਦੇ ਵਿੱਚ ਵੀ ਜਿਹੜਾ ਹੈ ਫਸਲਾਂ ਨੂੰ ਜਿਹੜਾ ਹੈ ਸਾਂਭਣ ਦਾ ਭੰਡਾਰਨ ਕਰਨ ਦਾ ਕੰਮ ਕਰਦੇ ਹਾਂ। ਲੋੜ ਅਨੁਸਾਰ ਅਸੀਂ ਉਸ ਨੂੰ ਜਿਹੜਾ ਹੈ ਆਪਣੇ ਲਈ ਵਰਤਦੇ ਹਾਂ। ਸੋ ਇਸ ਦੇ ਜਿਹੜੇ ਨੇ ਉਹ ਪ੍ਰਮੁੱਖ ਸ਼ਬਦ ਤੁਹਾਨੂੰ ਮੈਂ ਨਾਲ ਹੀ ਭੇਜ ਦੇਵਾਂਗਾ, ਜੋ ਬਾਕੀ ਆਪਾਂ ਕੱਲ੍ਹ ਨੂੰ ਡਿਸਕਸ ਕਰਾਂਗੇ। ਥੈਂਕ ਯੂ ਸਾਰਿਆਂ ਦਾ, ਥੈਂਕ ਯੂ ਵੈਰੀ ਮੱਚ।